ਓਕੇ ਗਾਇਜ਼, ਇਸ ਵੀਡੀਓ ਵਿੱਚ ਆਪਾਂ ਇਸਲਾਮ ਦੇ ਪਵਿੱਤਰ ਗ੍ਰੰਥ ਕੁਰਾਨ ਬਾਰੇ ਜਾਣਾਂਗੇ। ਜਿਵੇਂ ਸਿੱਖਾਂ ਦਾ ਪਵਿੱਤਰ ਗ੍ਰੰਥ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਹਾਂ। ਆਪਾਂ ਨੂੰ ਉਹਦੇ ਬਾਰੇ ਨੌਲੇਜ ਹੁੰਦੀ ਆ, ਕਿੰਨੇ ਗੁਰੂਆਂ ਦੀ ਬਾਣੀ ਆ, ਕਿੰਨੀਆਂ ਉਹਦੇ 'ਚ ਤੁਕਾਂ ਨੇ, ਕਿੰਨੇ ਸਲੋਕ ਨੇ, ਕਿੰਨੇ ਸ਼ਬਦ ਨੇ, ਕਿੰਨੇ ਅੰਗ ਨੇ। ਇਸੇ ਤਰ੍ਹਾਂ ਹੀ ਸਾਨੂੰ ਇੱਕ ਬਰੋਡ ਮਾਈਂਡਡ ਹੋਣ ਦੇ ਨਾਤੇ ਦੇ ਅੱਗੇ ਹਰ ਇੱਕ ਧਰਮ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਅਤੇ ਆਪਾਂ ਇਸੇ ਤਰ੍ਹਾਂ ਇਸਲਾਮ ਧਰਮ ਦੇ ਜਿਹੜਾ ਗ੍ਰੰਥ ਆ, ਪਵਿੱਤਰ ਗ੍ਰੰਥ ਉਹਨਾਂ ਦਾ ਕੁਰਾਨ ਬਾਰੇ ਜਾਣਾਂਗੇ ਕਿ ਐਕਚੁਅਲੀ ਕੁਰਾਨ ਗ੍ਰੰਥ ਜਿਹੜਾ ਹੈਗਾ ਵਾ ਉਹ ਕਿਸ ਤਰ੍ਹਾਂ ਲਿਖਿਆ ਗਿਆ, ਕਿਸ ਨੇ ਲਿਖਿਆ, ਠੀਕ ਆ, ਕਿੰਨੇ ਇਸ ਦੇ ਵਿੱਚ ਸਲੋਕ ਨੇ, ਕਿੰਨੇ ਸ਼ਬਦ ਨੇ, ਕਿਹੜੀ ਭਾਸ਼ਾ ਵਿੱਚ ਹੈ, ਅਤੇ ਇਹ ਕਿੰਨਵਾਂ ਗ੍ਰੰਥ ਹੈ, ਅਤੇ ਜਾਂ ਇਸ ਤੋਂ ਬਾਅਦ ਵੀ ਕੋਈ ਗ੍ਰੰਥ ਲਿਖਿਆ ਗਿਆ ਜਾਂ ਨਹੀਂ ਲਿਖਿਆ ਗਿਆ। ਚਲੋ ਇਸ ਨੂੰ ਡਿਟੇਲ ਵਿੱਚ ਵੇਖਦੇ ਹਾਂ। ਹਾਂਜੀ, ਫਸਟ ਆਫ ਆਲ ਸਾਨੂੰ ਪਤਾ ਹੈ ਕਿ ਕੁਰਾਨ ਜਿਹੜਾ ਹੈਗਾ ਇਸਲਾਮ ਧਰਮ ਦਾ ਇੱਕ ਪਵਿੱਤਰ ਗ੍ਰੰਥ ਹੈ ਅਤੇ ਇਹਦਾ ਸ਼ਬਦੀ ਅਰਥ ਹੈ ਗੋਡ, ਦਾ ਵਰਡ ਆਫ ਅੱਲਾ। ਠੀਕ ਹੈ, ਕਿ ਪਰਮਾਤਮਾ ਦੁਆਰਾ ਜਿਹੜੀ ਹੈਗੀ ਕੋਈ ਬਾਣੀ ਆਈ ਹੈ, ਸ਼ਬਦ ਆਏ ਨੇ, ਉਹਨਾਂ ਨੂੰ ਇਸ ਕਿਤਾਬੀ ਰੂਪੀ ਲਿਖਿਆ ਗਿਆ ਹੈ, ਉਸ ਨੂੰ ਹੀ ਕੁਰਾਨ ਕਿਹਾ ਗਿਆ ਹੈ। ਮਤਲਬ ਵੀ ਇਹ ਮੰਨਿਆ ਜਾਂਦਾ ਹੈਗਾ ਹੈ ਕਿ ਜਿਹੜਾ ਪਰਮਾਤਮਾ ਦਾ ਫਰਿਸ਼ਤਾ ਸੀ ਜਿਬਰਾਇਲ ਜਿੱਦਾਂ ਮਤਲਬ ਵੀ ਕੋਈ ਨਾ ਕੋਈ ਹਰੇਕ ਧਰਮ ਦੇ ਫਰਿਸ਼ਤੇ ਮੰਨੇ ਜਾਂਦੇ ਹੈਗੇ ਆ, ਅਤੇ ਇਸ ਤਰ੍ਹਾਂ ਇਸਲਾਮ ਫਰਿਸ਼ਤਿਆਂ 'ਚ ਵਿਸ਼ਵਾਸ ਰੱਖਦੇ ਆ, ਐਂਜਲ 'ਚ ਵਿਸ਼ਵਾਸ ਰੱਖਦੇ ਆ। ਅਤੇ ਉਹਨਾਂ ਦਾ ਵਿਸ਼ਵਾਸ ਹੈ ਕਿ ਜਿਹੜਾ ਜਿਬਰਾਇਲ ਨਾਂ ਦਾ ਫਰਿਸ਼ਤਾ ਸੀ ਨਾ, ਉਹ ਮੁਹੰਮਦ ਕੋਲ ਆਇਆ ਕਿਉਂਕਿ ਉਹ ਪਰਮਾਤਮਾ 'ਚ ਬਹੁਤ ਜ਼ਿਆਦਾ ਵਿਸ਼ਵਾਸ ਰੱਖਦਾ ਸੀ, ਪਰਮਾਤਮਾ ਦਾ ਪੈਗੰਬਰ ਸੀ। ਜਿਬਰਾਇਲ ਨੇ ਸਾਰੀ ਕਥਾ, ਸਾਰੀ ਕਹਾਣੀ, ਮਤਲਬ ਜਿਹੜੇ ਸਲੋਕ ਆ ਉਹ ਮੁਹੰਮਦ ਨੂੰ ਸੁਣਾਏ। ਠੀਕ ਆ, ਪੀਰ ਪੈਗੰਬਰ ਮੁਹੰਮਦ ਨੂੰ ਸੁਣਾਏ, ਅਤੇ ਮੁਹੰਮਦ ਨੇ ਬਾਅਦ ਵਿੱਚ ਉਹ ਜਿਹੜੇ ਜਿੰਨੇ ਵੀ ਉਹਨੂੰ ਚਾਨਣ ਹੋਇਆ ਕਹਿ ਲਓ, ਠੀਕ ਹੈ, ਉਹਨੂੰ ਇੱਕ ਮਤਲਬ ਵੀ ਪਰਮਾਤਮਾ ਨਾਲ ਉਹਦੀਆਂ ਅੱਖਾਂ ਖੁੱਲ੍ਹੀਆਂ, ਜੋ ਵੀ ਉਹਨੂੰ ਸਾਰਾ ਚਾਨਣ ਹੋਇਆ, ਜੋ ਰੱਬੀ ਬਾਣੀ ਆਈ ਉਹਦੇ ਕੋਲ, ਉਹਨੇ ਸਾਰੀ ਉਹ ਬਾਣੀ ਜਿਹੜੀ ਹੈਗੀ ਕਿਤਾਬੀ ਰੂਪ ਵਿੱਚ ਲਿਖ ਦਿੱਤੀ, ਜਿਸ ਨੂੰ ਕੁਰਾਨ ਕਿਹਾ ਜਾਂਦਾ ਹੈ। ਅਤੇ ਇਸ ਵਿੱਚ ਜਿਹੜੇ ਇਹ ਵਰਡਸ ਹੁੰਦੇ ਨੇ, ਉਰਦੂ ਸ਼ਬਦ ਵਗੈਰਾ ਆਉਂਦੇ ਨੇ, ਉਸ ਨੂੰ ਵੀ ਥੋੜ੍ਹਾ ਸਮਝੋ ਕਿ ਵਿਸਾਲ ਜਿਹੜਾ ਕਿਹਾ ਜਾਂਦਾ ਹੈਗਾ ਸਵਰਗਵਾਸ ਨੂੰ। ਠੀਕ ਹੈ, ਕਿ ਜਿਹੜੇ ਇਬਰਾਹਿਮ, ਜਿਹੜਾ ਮੁਹੰਮਦ, ਉਸ ਦੀ ਮੌਤ ਤੋਂ ਬਾਅਦ ਜਿਹੜੀ ਕਿ ਕਿਤਾਬ ਨੂੰ ਰਿਟਨ ਰੂਪ ਦਿੱਤਾ ਗਿਆ 633 ਤੋਂ ਬਾਅਦ, ਅਤੇ ਮਾਨਤਾ ਜਿਹੜੀ ਹੈਗੀ ਆ 653 ਤੋਂ ਬਾਅਦ ਮਿਲੀ। 33 ਵਿੱਚ ਲਿਖ ਦਿੱਤਾ ਗਿਆ ਸੀ, 20 ਸਾਲਾਂ ਬਾਅਦ ਜਿਹੜੀ ਕਿ ਉਹਨੂੰ ਮਾਨਤਾ ਦਿੱਤੀ ਗਈ ਕਿ ਹਾਂ ਇਸਲਾਮ ਧਰਮ ਦੀ ਇਹ ਪਵਿੱਤਰ ਕਿਤਾਬ ਹੋਏਗੀ ਅਤੇ ਇਸੇ ਨੂੰ ਹੀ ਸਾਰੇ ਜਣੇ ਫੋਲੋ ਕਰਨਗੇ। ਨਬੀ ਕਿਹਾ ਗਿਆ ਪੈਗੰਬਰ, ਮੁਹੰਮਦ ਨੂੰ ਪੈਗੰਬਰ ਕਿਹਾ ਜਾਂਦਾ, ਨਬੀ ਕਿ ਪਰਮਾਤਮਾ ਦਾ ਨਬੀ ਹੈ। ਅਤੇ ਇਹਦੀ ਜਿਹੜੀ ਸ਼ੁਰੂਆਤ ਆ, ਜਿਹੜਾ ਕੁਰਾਨ ਆ, ਠੀਕ ਆ, ਉਸਦੀ ਸ਼ੁਰੂਆਤ ਜਿਹੜੀ ਹੈਗੀ ਆ ਸੂਰਾ ਅਲ ਫਤਿਹ ਸ਼ਬਦ ਨਾਲ ਹੁੰਦੀ ਹੈਗੀ ਆ, ਅਤੇ ਐਂਡਿੰਗ ਜਿਹੜਾ ਇਹਦਾ ਸ਼ਬਦ ਹੈਗਾ ਅਨ-ਨਿਸਾ। ਡਿਵੀਜ਼ਨ ਜਿਹੜੀ ਹੈਗੀ ਆ ਇਹਦੀ 30 ਪਾਰੋਂ ਵਿੱਚ, ਯਾਨੀ ਕਿ 30 ਖੰਡਾਂ ਵਿੱਚ ਉਹਦੀ ਕਿਤਾਬ ਨੂੰ ਵੰਡਿਆ ਗਿਆ ਹੈ। ਇਹਦੇ 114 ਜਿਹੜੇ ਚੈਪਟਰ ਆ ਜਿਹਨੂੰ ਉਹ ਸੂਰਾਂ ਬੋਲਦੇ ਆ। 6236 ਇਹਦੇ ਵਿੱਚ ਆਇਤ ਆ, ਜਿਹਨੂੰ ਆਪਾਂ ਸ਼ਾਂਤੀ ਵੀ ਬੋਲ ਦਿੰਦੇ ਹਾਂ, ਜਾਂ ਆਪਾਂ ਆਪਣੇ ਗ੍ਰੰਥ ਵਿੱਚ ਉਹਨਾਂ ਨੂੰ ਸ਼ਲੋਕ ਕਹਿੰਦੇ ਹਾਂ। 77,439 ਕਲੀਮਾਤ ਆ। ਕਲੀਮਾਤ ਭਾਵ ਕਿ ਸੈਂਟੈਂਸਿਸ ਇਹਦੇ ਵਿੱਚ ਲਿਖੇ ਗਏ ਨੇ। 77,439 ਸਮਥਿੰਗ ਜਿਹੜੇ ਹੈਗੇ ਸੈਂਟੈਂਸਿਸ ਲਿਖੇ ਆ। ਕੁਝ ਫਿਗਰ ਆਊਟ ਮੇ ਬੀ ਰੋਂਗ ਵੀ ਹੋ ਸਕਦਾ ਹੈ, ਬਟ ਕੋਸ਼ਿਸ਼ ਕੀਤੀ ਹੈ ਕਿ ਪੂਰੇ ਸਹੀ ਤੁਹਾਨੂੰ ਫਿਗਰ ਆਊਟ ਲਿਖ ਕੇ ਦਿੱਤੀ ਜਾਵੇ। ਫਿਰ ਜਿਹੜੇ ਕਿ ਆ 34,0740 ਜਿਹੜੇ ਹੈਗੇ ਆ 34,740 ਸਮਥਿੰਗ ਜਿਹੜੇ ਹੈਗੇ ਉਹਦੇ ਹਰੂਫ ਨੇ, ਜਿੰਨੇ ਵੀ ਉਹਦੇ ਕੁਰਾਨ ਵਿੱਚ ਜਿਹੜੇ ਸ਼ਬਦ ਆਉਂਦੇ ਨੇ, ਵਰਡਸ। ਠੀਕ ਹੈ, 14 ਇਹਦੇ ਸਜਦੇ ਆ। ਅਤੇ ਕਿਹੜੀ ਭਾਸ਼ਾ 'ਚ ਲਿਖਿਆ ਗਿਆ ਹੈ? ਕੁਰਾਨ ਅਰਬੀ ਭਾਸ਼ਾ ਵਿੱਚ ਲਿਖਿਆ ਗਿਆ ਹੈ। ਔਰ ਫਾਤਿਹਾ ਇਹਨਾਂ ਦੀ ਇੱਕ ਸ਼ਾਰਟ ਪ੍ਰੇਅਰ ਮੰਨੀ ਜਾਂਦੀ ਹੈਗੀ ਆ। ਠੀਕ ਹੈ, ਅਤੇ ਇਸ ਨੂੰ ਫਾਈਨਲ ਟੈਸਟਾਮੈਂਟ ਮੰਨਿਆ ਜਾਂਦਾ। ਜਿਵੇਂ ਆਪਾਂ ਪੰਜਾਬੀ ਵਿੱਚ ਕਹਿ ਦਿੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਹੋਰ ਕੋਈ ਵੀ ਵੱਡਾ ਨਹੀਂ ਹੈਗਾ, ਇਹੋ ਉਸਦੀ ਸਿੱਖਾਂ ਦੀ ਲਾਸਟ ਬੁੱਕ ਵਗੈਰਾ ਹੈਗੀ ਆ। ਬਾਕੀ ਕੋਈ ਵਿਆਖਿਆ ਨਹੀਂ ਹੋ ਸਕਦੀਆਂ ਹੈਗੀਆਂ, ਬਟ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਕੋਈ ਨਹੀਂ। ਇਸ ਤਰ੍ਹਾਂ ਇਸਲਾਮ ਧਰਮ ਜਿਹੜੀ ਹੈਗੀ ਆ ਕੁਰਾਨ ਨੂੰ ਹੀ ਫਾਈਨਲ ਟੈਸਟਾਮੈਂਟ ਮੰਨਦੇ ਆ। ਅਤੇ ਇਸਲਾਮ ਧਰਮ ਦਾ ਜਿਹੜਾ ਸਿੰਬਲ ਆ ਉਹ ਕ੍ਰੈਸੈਂਟ ਐਂਡ ਸਟਾਰ ਹੈ। ਕ੍ਰੈਸੈਂਟ ਹੁੰਦਾ ਵੀ ਜਿਹੜਾ ਅੱਧਾ ਚੰਦਰਮਾ ਹੋਵੇ, ਅਤੇ ਸਟਾਰ ਵਗੈਰਾ ਉਹ ਇਸ ਕਰਕੇ ਸਿੰਬਲਾਈਜ਼ ਕਰਦੇ ਕਿਉਂਕਿ ਉਹ ਕੁਰਾਨ ਨੂੰ ਕੀ ਮੰਨਦੇ, ਕੁਰਾਨ ਨੂੰ ਮੰਨਦੇ ਕਿ ਅੱਲਾਹ ਦੀ ਬਾਣੀ ਆਈ ਹੈ, ਅਤੇ ਇਸ ਕਰਕੇ ਉਹ ਸਿੰਬਲਾਈਜ਼ ਕਰਦੇ ਆ ਪਰਮਾਤਮਾ ਨਾਲ। ਹੁਣ ਇਸ ਨੂੰ ਡਿਟੇਲ 'ਚ ਸਮਝਦੇ ਹਾਂ। ਕਹਿੰਦਾ ਕੁਰਾਨ ਮੁਸਲਮਾਨਾਂ ਦਾ ਪਵਿੱਤਰ ਗ੍ਰੰਥ ਹੈ। ਇਸ ਨੂੰ ਇਸਲਾਮ ਜਾਂ ਦੈਵੀ ਬਾਣੀ ਸਮਝਿਆ ਜਾਂਦਾ ਹੈ। ਇਹ ਮੁਹੰਮਦ ਸਾਹਿਬ
ਇਜ਼ਲਾਮ ਮੁਹੰਮਦ ਸਾਹਿਬ ਨੂੰ ਜਬਰਾਇਲ ਫਰਿਸ਼ਤੇ ਨੇ ਸੁਣਾਇਆ ਸੀ, ਜੋ ਪਹਿਲੀ ਵਾਰੀ ਹਿਰਾ ਪਹਾੜੀ ਦੀ ਗੁਫਾ 'ਚ ਮੁਹੰਮਦ ਸਾਹਿਬ ਨਾਲ ਮਿਲਿਆ ਸੀ। ਯਾਨੀ ਕਿ ਉਹਨੂੰ ਮਿਲਿਆ, ਉਹਨੂੰ ਚਾਨਣਾ ਦਿੱਤਾ, ਦੈਨ ਆਫਟਰ ਆਪਣੀ ਸਾਰੀ ਬਾਣੀ ਸੁਣਾਈ। ਅਤੇ ਇੱਕ ਵਿਦਵਾਨ ਅਨੁਸਾਰ ਕੁਰਾਨ ਵਿੱਚ ਅੱਲਾ ਦੇ ਉਚਾਰੇ ਹੋਏ ਸਾਰੇ ਸ਼ਬਦ ਸ਼ਾਮਲ ਹਨ। ਅੰਗਰੇਜ਼ੀ ਦੀ ਪੁਸਤਕ ਵਿੱਚ ਇਹਦੀ ਸਿਫਤ ਬਾਰੇ ਲਿਖਿਆ ਹੋਇਆ ਹੈ ਕਿ ਦਾ ਕੁਰਾਨ ਇਜ਼ ਦਾ ਮੋਸਟ ਸੈਕਰਡ ਬੁੱਕ ਆਫ ਦਾ ਮੁਸਲਮਾਨਾਂ ਦੀ ਸਭ ਤੋਂ ਇੱਕ ਪਵਿੱਤਰ ਕਿਤਾਬ ਹੈ, ਵਿੱਚ ਦੇ ਸਟਰਾਈਵ ਟੂ ਲਰਨ, ਜਿਹਦੇ ਵਿੱਚ ਉਹ ਦੱਸਦੇ ਆ ਮੁਸਲਮਾਨਾਂ ਨੂੰ ਕਿ ਤੁਸੀਂ ਕਿਸ ਤਰ੍ਹਾਂ ਰਹਿਣਾ ਬਹਿਣਾ ਜੀਵਨ ਜਿਉਣਾ ਹੈ, ਅਤੇ ਅੰਤ ਵਿੱਚ ਜਿਹੜੀ ਹੈਗੀ ਆ ਕਿਸ ਤਰ੍ਹਾਂ ਤੁਸੀਂ ਜੰਨਤ ਪ੍ਰਾਪਤ ਕਰਨੀ ਹੈ, ਸਵਰਗ ਹੈਵਨ ਪ੍ਰਾਪਤ ਕਰਨੀ ਹੈ। ਜੇਕਰ ਤੁਸੀਂ ਚੰਗੇ ਕੰਮ ਕਰੋਗੇ ਤਾਂ ਹੈਵਨ ਪ੍ਰਾਪਤ ਹੋਏਗਾ, ਜੇ ਤੁਸੀਂ ਗਲਤ ਕੰਮ ਕਰੋਗੇ ਤਾਂ ਤੁਹਾਨੂੰ ਦੋਜ਼ਖ ਹੈਲ ਨਰਕ ਪ੍ਰਾਪਤ ਹੋਵੇਗਾ। ਇਸ ਤਰ੍ਹਾਂ ਹੀ ਮਨਮੋਹਨ ਸਿੰਘ ਨੇ ਵੀ ਜਿਹੜੀ ਹੈਗੀ ਆ ਇਸਲਾਮ ਕੁਰਾਨ ਦੀ ਜਿਹੜੀ ਹੈਗੀ ਆ ਸਿਫਤ ਕੀਤੀ ਹੈਗੀ ਕਿ ਕੁਰਾਨ ਕੀ ਧਰਮ ਹੈ। ਇਸੇ ਤਰ੍ਹਾਂ ਹੀ ਮੁੱਲਾ ਸਿਉਤੀ ਕਰਤਾ ਇਤਰਾਨ ਨੇ ਵੀ ਇਸ ਬਾਰੇ ਆਪਣੇ ਵਿਚਾਰ ਦਿੱਤੇ ਹੈਗੇ ਆ। ਕਹਿੰਦਾ ਗਿਆਨੀ ਪ੍ਰਤਾਪ ਸਿੰਘ ਮੁੱਲਾ ਹਯਾਤੀ ਦਾ ਹਵਾਲਾ ਦਿੰਦਿਆਂ ਹੋਇਆ ਲਿਖਦੇ ਹਨ ਕਿ ਸਾਰਾ ਕੁਰਾਨ ਲੋਹੇ ਮਹਿਫੂਜ਼ ਤੋਂ ਇੱਕੋ ਰਾਤ ਨੂੰ ਦੁਨੀਆ ਦੇ ਆਸਮਾਨ 'ਤੇ ਲਿਆਂਦਾ ਗਿਆ। ਫਿਰ ਥੋੜ੍ਹਾ ਥੋੜ੍ਹਾ ਕਰਕੇ 25 ਸਾਲਾਂ ਵਿੱਚ ਇਸ ਨੂੰ ਹਜ਼ਰਤ ਮੁਹੰਮਦ ਸਾਹਿਬ ਨੇ ਉਤਾਰਿਆ। ਕਹਿੰਦਾ ਭਾਵ ਕਿ ਉਹਨੂੰ ਰੱਬੀ ਗਿਆਨ ਹੋਇਆ ਫਰਿਸ਼ਤੇ ਰਾਹੀਂ, ਦੈਨ ਆਫਟਰ ਹੌਲੀ ਹੌਲੀ ਉਹ ਸਿੱਖਿਆਵਾਂ ਦਿੰਦਾ ਗਿਆ, ਜੋ ਉਹਨੂੰ ਗਿਆਨ ਮਿਲਿਆ ਸੀ। ਫਿਰ ਉਹ 20-25 ਸਾਲ ਲੱਗ ਗਏ ਉਹਨੂੰ ਫਿਰ ਦੈਨ ਆਫਟਰ ਕਿਤਾਬ ਦਾ ਰੂਪ ਦੇਣ ਲਈ। ਕੁਰਾਨ ਸ਼ਬਦ ਐਕਚੁਅਲੀ ਸ਼ਬਦ ਕਿੱਥੋਂ ਆਇਆ, ਕੀ ਹੈ, ਇਸ ਦਾ ਕੀ ਮਤਲਬ ਆ? ਕੁਰਾਨ ਕਹਿੰਦਾ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੁੰਦਾ ਉਚਾਰਨਾ। ਠੀਕ ਹੈ, ਅਤੇ ਜੋ ਵੀ ਜਿਹੜੀ ਹੈਗੀ ਆ ਮੁਹੰਮਦ ਨੂੰ ਫਰਿਸ਼ਤੇ ਵੱਲੋਂ ਜੋ ਪਵਿੱਤਰ ਬਾਣੀ ਮਿਲੀ, ਉਸ ਨੂੰ ਉਹਨੇ ਜੋ ਉਚਾਰਿਆ, ਠੀਕ ਹੈ, ਪਵਿੱਤਰ ਬਾਣੀ ਨੂੰ ਉਚਾਰਿਆ, ਪਰਮਾਤਮਾ ਦੀ ਬਾਣੀ ਨੂੰ ਉਚਾਰਿਆ, ਉਸੇ ਨੂੰ ਹੀ ਕੁਰਾਨ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈਗਾ ਕਿ ਇਸ ਆਇਤ ਵਿੱਚ ਲਿਖਿਆ ਹੈ, ਕੁਰਾਨ ਵਿੱਚ ਖੁਦ ਲਿਖਿਆ ਹੋਇਆ ਹੈ ਕਿ ਪਵਿੱਤਰ ਪਾਠ ਹੈ, ਕੁਰਾਨ ਇੱਕ ਪਵਿੱਤਰ ਪਾਠ ਹੈ, ਇਸ ਨੂੰ ਪੜ੍ਹੋ ਅਤੇ ਜੋ ਅਸੀਂ ਪੜ੍ਹਨਾ ਹੈ, ਜਦੋਂ ਅਸੀਂ ਇਸ ਨੂੰ ਪੜ੍ਹਾਂਗੇ ਤਾਂ ਇਸ 'ਤੇ ਅਮਲ ਵੀ ਕਰਨਾ ਚਾਹੀਦਾ ਹੈ। ਕੁਰਾਨ ਸ਼ਬਦ ਦਾ ਸਿੱਧਾ ਅਰਥ ਪਾਕ ਜਾਂ ਪਵਿੱਤਰ ਹੈ। ਯਹੂਦੀਆਂ ਦੀ ਪੁਰਾਤਨ ਭਾਸ਼ਾ ਵਿੱਚ ਵੀ ਇਸ ਦਾ ਮੇਬੀ ਸ਼ਾਇਦ ਸ਼ਬਦ ਆਇਆ ਹੋਇਆ ਹੈ ਕਿ ਹਿਬਰੂ ਸ਼ਬਦ ਆਇਆ, ਹਿਬਰੂ ਤੋਂ ਮਕਾਰ ਆਇਆ, ਮਕਾਰ ਤੋਂ ਸ਼ਾਇਦ ਕੁਰਾਨ ਬਣਿਆ, ਕਿ ਪਵਿੱਤਰ ਚੀਜ਼, ਜੋ ਪਵਿੱਤਰ ਚੀਜ਼ ਹੈ, ਠੀਕ ਹੈ, ਉਸ ਨੂੰ ਕੁਰਾਨ ਕਿਹਾ ਜਾਂਦਾ ਹੈ। ਕਹਿੰਦਾ ਵਿਉਂਤਬੰਦੀ ਕਿਵੇਂ ਆ? ਇਸ ਦੀ ਜਿਹੜੀ ਅੱਗੇ 114 ਸੁਰਾਂ ਨੇ, ਯਾਨੀ ਕਿ ਚੈਪਟਰ ਨੇ, 6236 ਇਹਦੀਆਂ ਆਇਤਾਂ ਨੇ, 70439 ਦੇ ਸ਼ਬਦ ਵਗੈਰਾ ਗਿਆ। ਸਾਰਾ ਅਧਿਆਇ ਇਹਨੂੰ ਕਿਹਾ ਗਿਆ ਹੈ। ਇਸ ਵਿਚਲੇ ਸਾਰੇ ਸ਼ਬਦ ਖਾਸ ਲੰਬਾਈ ਦੀਆਂ ਸਤਰਾਂ ਵਿੱਚ ਜੁੜੇ ਹੋਏ ਹਨ। ਇਹਦੇ ਸਾਰੇ ਸ਼ਬਦ ਸਮੂਹ ਤੋਂ ਹਜ਼ਰਤ ਸਾਹਿਬ ਦੇ ਰੋਸ਼ਨ ਦਿਲ ਤੋਂ ਦਿਮਾਗ ਦਾ ਨਕਸ਼ਾ ਪ੍ਰਗਟ ਹੁੰਦਾ ਕਿ ਜੋ ਕੁਝ ਉਹਨੂੰ ਰੱਬੀ ਬਾਣੀ ਮਿਲੀ ਉਹੀ ਕੁਝ ਲਿਖਿਆ ਹੈ। ਕੁਰਾਨ ਅਕੋਰਡਿੰਗ ਸਿੱਖਿਆਵਾਂ ਕਿਹੜੀਆਂ ਕਿ ਜਿਹੜਾ ਵੀ ਕੁਰਾਨ ਪੜ੍ਹਦਾ ਹੈ ਉਹ ਕਿਹੜੀਆਂ ਸਿੱਖਿਆਵਾਂ ਨੂੰ ਫੋਲੋ ਕਰੇਗਾ, ਯਾਨੀ ਕਿ ਸਾਰੇ ਕੁਰਾਨ ਦਾ ਨਿਚੋੜ ਕੀ ਹੈ, ਕਿ ਕੀ ਸਮਝਾਉਣਾ ਚਾਹੁੰਦਾ ਹੈ ਇਨਸਾਨੀਅਤ ਨੂੰ। ਉਹਨੇ ਕਿਹਾ ਖੁਦਾ ਇੱਕ ਹੈ, ਕਿਸੇ ਵੀ ਤੁਸੀਂ ਮੂਰਤੀ ਪੂਜਾ ਵਿੱਚ ਨਹੀਂ ਆਉਣਾ, ਕੋਈ ਭੂਤ ਪ੍ਰੇਤ ਰੁੱਖਾਂ ਦੀ ਪੂਜਾ ਨਹੀਂ ਕਰਨੀ, ਪੱਥਰਾਂ ਦੀ ਪੂਜਾ ਨਹੀਂ ਕਰਨੀ, ਠੀਕ ਆ, ਸਿਰਫ ਤੇ ਸਿਰਫ ਕੀ ਆ, ਰੱਬ ਦੀ ਪੂਜਾ ਕਰਨੀ ਆ। ਉਹ ਇੱਕ ਆ, ਉਹਦਾ ਕੋਈ ਆਕਾਰ ਨਹੀਂ ਹੈਗਾ, ਜਿਵੇਂ ਸਿੱਖ ਧਰਮ ਕਹਿ ਦਿੰਦੇ ਨੇ। ਖੁਦਾ ਇੱਕ ਹੈ, ਕੁਰਾਨ ਵਿੱਚ ਉਸ ਨੂੰ ਅੱਲਾ ਕਿਹਾ ਗਿਆ। ਕੀ ਕਿਹਾ ਗਿਆ? ਪਰਮਾਤਮਾ ਨੂੰ ਅੱਲਾ। ਉਸ ਦੀ ਇਬਾਦਤ ਕਰਨੀ ਚਾਹੀਦੀ ਹੈ, ਉਸ ਦਾ ਮਤਲਬ ਇਬਾਦਤ ਯਾਨੀ ਕਿ ਉਸ ਦੀ ਪੂਜਾ ਕਰਨੀ ਚਾਹੀਦੀ ਆ, ਪਾਠ ਕਰਨਾ ਚਾਹੀਦਾ, ਸਿਮਰਨ ਕਰਨਾ ਚਾਹੀਦਾ ਹੈ, ਯਾਦ ਕਰਨਾ ਚਾਹੀਦਾ, ਕਿਉਂਕਿ ਉਸ ਨੇ ਹੀ ਸਾਰਾ ਕੁਝ ਬਣਾਇਆ, ਧਰਤੀ ਆਕਾਸ਼ ਸਾਰਾ ਕੁਝ ਉਸ ਨੇ ਬਣਾਇਆ, ਸਾਰੀ ਪ੍ਰਿਥਵੀ ਸਭ ਇਨਸਾਨ ਸਾਰਾ ਕੁਝ ਉਸ ਦੇ ਹੁਕਮ ਨਾਲ ਹੀ ਚੱਲਦਾ ਹੈ। ਦੂਜੀ ਸਿੱਖਿਆ ਕੀ ਹੈ ਕਿ ਹਜ਼ਰਤ ਮੁਹੰਮਦ ਸਾਹਿਬ ਅੱਲਾ ਦਾ ਰਸੂਲ ਹੈ, ਯਾਨੀ ਕਿ ਜਿਹੜਾ ਹਜ਼ਰਤ ਮੁਹੰਮਦ ਆ ਪਰਮਾਤਮਾ ਦਾ ਇੱਕ ਮਸੀਹਾ ਹੈ। ਉਹਨਾਂ ਦੇ ਆਦੇਸ਼ਾਂ 'ਤੇ ਚੱਲਣ ਨਾਲ ਪਰਮਾਤਮਾ ਦੀ ਸਾਨੂੰ ਪ੍ਰਾਪਤੀ ਹੋ ਜਾਵੇਗੀ। ਕੁਰਾਨ ਜਿਹੜੀ ਹੈ ਕਿ ਅਗਿਆਨਤਾ ਦਾ ਵਿਰੋਧ ਆ, ਕਿ ਅਗਿਆਨਤਾ ਸਾਨੂੰ ਖਤਮ ਕਰਨੀ ਚਾਹੀਦੀ ਹੈ ਅਤੇ ਅਗਿਆਨਤਾ ਪੜ੍ਹਾਈ ਦੇ ਨਾਲ ਹੀ ਖਤਮ ਹੋਵੇਗੀ। ਵਿਦਵਾਨ ਦੇ ਕਲਮ ਕੁਰਾਨ ਨੂੰ ਅਗਿਆਨਤਾ ਦੇ ਵਿਰੁੱਧ ਹੈ, ਇਸ ਲਈ ਉਸ ਦੇ ਵਿੱਚ ਕਿਹਾ ਗਿਆ ਹੈ ਕਿ ਅਗਿਆਨਤਾ ਨੂੰ ਦੂਰ ਕਰਨ ਲਈ ਵਿਗਿਆਨ ਦਾ ਆਸਰਾ ਲੈਣਾ ਚਾਹੀਦਾ, ਕੋਈ ਵਹਿਮ ਭਰਮ ਵਗੈਰਾ ਨਹੀਂ ਕਰਨਾ ਚਾਹੀਦਾ। ਸਾਇੰਸ ਦੀ ਲੌਜੀਕਲ ਜਿਹੜੀ ਸਾਡੀ ਆ ਉਹ ਸੋਚ ਹੋਣੀ ਚਾਹੀਦੀ ਹੈਗੀ ਆ। ਹਰੇਕ ਨੂੰ ਮਾਤਾ ਪਿਤਾ ਦਾ ਸਤਿਕਾਰ ਕਰੋ, ਸੇਵਾ ਕਰੋ, ਹਰੇਕ ਨੂੰ ਪਿਆਰ ਕਰੋ, ਮੁਆਫੀ ਦੀ ਭਾਵਨਾ ਰੱਖੋ ਅਤੇ ਲੋਕਾਂ ਨਾਲ ਪਿਆਰ ਨਾਲ ਵਿਚਰੋ। ਜ਼ਕਾਤ ਦਿਓ, ਇਹ ਬਹਿਸ਼ਤ ਦੀ ਪ੍ਰਾਪਤੀ ਵਿੱਚ ਸਹਾਈ ਹੁੰਦੀ ਹੈ। ਦੂਜਿਆਂ ਨਾਲ ਚੰਗਾ ਵਿਵਹਾਰ ਕਰੋ, ਲੋਕਾਂ ਨਾਲ ਉਹ ਸਲੂਕ ਕਰੋ ਜਿਹੜਾ ਤੁਸੀਂ ਖੁਦ ਚਾਹੁੰਦੇ ਹੋ। ਪਰਮਾਤਮਾ 'ਤੇ ਪੂਰਾ ਵਿਸ਼ਵਾਸ ਰੱਖੋ, ਉਸ 'ਤੇ ਵਿਸ਼ਵਾਸ ਰੱਖਣ ਨਾਲ ਵਿਅਕਤੀ ਦੀ ਜ਼ਿੰਦਗੀ ਵਿੱਚ ਸਭ ਕਦੇ ਵੀ ਉਹ ਡੋਲਦਾ ਨਹੀਂ। ਵਿਅਕਤੀ ਨੂੰ ਸਬਰ ਨਾਲ ਆਪਣੇ ਕੰਮ ਵਿੱਚ ਜੁਟੇ ਰਹਿਣਾ ਚਾਹੀਦਾ ਹੈ ਅਤੇ ਪਰਮਾਤਮਾ
ਕਦੇ ਨਾ ਕਦੇ ਉਸ ਦਾ ਫਲ ਜ਼ਰੂਰ ਦਿੰਦਾ ਹੈ। ਮਨੁੱਖ ਨੂੰ ਚੰਗੇ ਕੰਮ ਕਰਨੇ ਚਾਹੀਦੇ ਹਨ, ਨਹੀਂ ਤਾਂ ਉਸ ਨੂੰ ਕਿਆਮਤ ਦਾ ਦਿਨ ਹਿਸਾਬ ਕਿਤਾਬ ਦੇਣਾ ਪਏਗਾ। ਕਿਉਂਕਿ ਇਸਲਾਮ ਜਿਹੜੀ ਹੈਗੀ ਆ ਉਹ ਵਿਸ਼ਵਾਸ ਰੱਖਦੇ ਕਿ ਕਿਆਮਤ ਦਾ ਇੱਕ ਦਿਨ ਆਵੇਗਾ, ਜਦੋਂ ਇਨ ਕੇਸ ਪਾਪ ਜ਼ਿਆਦਾ ਵੱਧ ਜਾਵੇਗਾ ਅਤੇ ਫਿਰ ਉਸ ਦਿਨ ਜਿਹੜਾ ਹੈਗਾ ਵਾ, ਜਿਹੜੇ ਚੰਗੇ ਲੋਕ ਹੋਣਗੇ, ਚੰਗੇ ਕੰਮ ਕੀਤੇ ਹੋਣਗੇ, ਭਾਵੇਂ ਉਹ ਮਰ ਵੀ ਗਏ ਨੇ, ਠੀਕ ਹੈ, ਭਾਵੇਂ ਉਹ ਸਦੀਆਂ ਦੇ ਮਰ ਵੀ ਚੁੱਕੇ ਨੇ, ਤਾਂ ਫਿਰ ਉਸ ਦਿਨ ਜਾਗ ਜਾਣਗੇ ਅਤੇ ਜਿਹੜੇ ਤੇ ਗੁਨਾਹਗਾਰ ਹੋਣਗੇ ਉਹ ਨਰਕਾਂ ਨੂੰ ਜਾਣਗੇ, ਦੋਜ਼ਖ ਵਿੱਚ ਜਾਣਗੇ। ਜਿਨ੍ਹਾਂ ਨੇ ਚੰਗੇ ਕੰਮ ਕੀਤੇ, ਪਰਮਾਤਮਾ ਯਾਦ ਕੀਤਾ, ਲੋਕਾਂ ਨਾਲ ਪਿਆਰ ਨਾਲ ਰਹੇ, ਪਿਆਰ ਨਾਲ ਵਿਚਰੇ, ਉਹ ਸਵਰਗਾਂ ਵਿੱਚ ਜਾਣਗੇ। ਇਸ ਕਰਕੇ ਉਹ ਕਿਆਮਤ ਦੇ ਦਿਨ ਵਿੱਚ ਵਿਸ਼ਵਾਸ ਰੱਖਦੇ ਆ। ਅੱਲਾਹ ਨੂੰ ਖੁਸ਼ ਕਰਨ ਲਈ ਲੋਕਾਂ ਨਾਲ ਮਿਹਰਬਾਨੀ ਦਾ ਸਲੂਕ ਕਰਨਾ ਚਾਹੀਦਾ ਹੈ। ਮਤਲਬ ਵੀ ਲੋਕਾਂ ਨਾਲ ਵਧੀਆ ਸਲੂਕ ਕਰੋਗੇ ਤਾਂ ਨੈਚੁਰਲੀ ਪਰਮਾਤਮਾ ਵੀ ਖੁਸ਼ ਹੋਵੇਗਾ। ਪਰਮਾਤਮਾ ਦੀ ਰਜ਼ਾ ਵਿੱਚ ਚੱਲਣ ਨਾਲ ਹੀ ਮਨ ਦੀ ਸ਼ਾਂਤੀ ਨਸੀਬ ਹੁੰਦੀ ਹੈ। ਜਦੋਂ ਮਤਲਬ ਜੋ ਕਹੋ ਕਿ ਨਹੀਂ, ਜੋ ਪਰਮਾਤਮਾ ਕਰਦਾ ਚੰਗਾ ਹੀ ਕਰਦਾ ਹੈ, ਕਦੇ ਵੀ ਇਹ ਨਾ ਸੋਚੋ ਕਿ ਪਰਮਾਤਮਾ ਨੇ ਮੇਰੇ ਨਾਲ ਮਾੜਾ ਹੀ ਕਿਉਂ ਕੀਤਾ ਹੈਗਾ। ਅਤੇ ਰਜ਼ਾ ਵਿੱਚ ਰਹੋ, ਆਪਣੇ ਆਪ ਹੀ ਸਭ ਕੁਛ ਪੋਜ਼ੀਟਿਵ ਪੁਆਇੰਟ ਰੱਖੋ। ਇਸਲਾਮ ਕਿਆਮਤ ਦੇ ਦਿਨ ਨੂੰ ਮੰਨਦਾ ਹੈ। ਇਸ ਦਿਨ ਸਾਰੇ ਮਰਦੇ ਉੱਠ ਜਾਣਗੇ ਅਤੇ ਹਿਸਾਬ ਕਿਤਾਬ ਹਰੇਕ ਤੋਂ ਮੰਗਿਆ ਜਾਵੇਗਾ ਅਤੇ ਇਸ ਨੂੰ ਹੀ ਨਿਆਂ ਦਾ ਦਿਹਾੜਾ ਕਿਹਾ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਫਿਰ ਤੋਂ 2 ਰੱਬੀ ਅਵਤਾਰ ਆਉਣਗੇ, ਠੀਕ ਆ। ਉਹ ਵਿਸ਼ਵਾਸ ਰੱਖਣਗੇ ਫਿਰ ਕਿ ਜਿਹੜਾ ਇੱਕ ਬਦੀ ਅਤੇ ਨੇਕੀ ਵਾਲਾ ਦਿਨ ਹੋਏਗਾ ਅਤੇ ਨੇਕੀ 'ਤੇ ਚੱਲਣ ਲਈ ਪ੍ਰੇਰਿਤ ਕੀਤਾ ਜਾਏਗਾ। ਮਨੁੱਖ ਦੇ ਮਨ ਅੰਦਰ ਚੰਗੇ ਮਾੜੇ ਦੋਵਾਂ ਤਰ੍ਹਾਂ ਦੇ ਵਿਚਾਰ ਚੱਲਦੇ ਰਹਿੰਦੇ ਆ, ਅਤੇ ਪਰ ਇਹ ਮਨੁੱਖ ਦੀ ਜ਼ਿੰਮੇਵਾਰੀ ਹੈ ਕਿ ਤੁਸੀਂ ਮਾੜੇ ਜਾਂ ਜਿਹੜੀਆਂ ਵਿਚਾਰਾਂ ਨੂੰ ਤਿਆਗ ਕੇ ਚੰਗੇ ਪਾਸੇ ਚੱਲਣਾ ਹੈ। ਇਹ ਸੀ ਕੁਰਾਨ ਦਾ ਇਤਿਹਾਸ, ਜੋ ਵੀ ਕੁਰਾਨ ਵਿੱਚ ਲਿਖਿਆ ਹੈਗਾ ਵਾ, ਅਤੇ ਉਹਦੀਆਂ ਸਿੱਖਿਆਵਾਂ। ਆਈ ਹੋਪ ਤੁਹਾਨੂੰ ਬੈਟਰ ਅੰਡਰਸਟੈਂਡਿੰਗ ਹੋਈ ਹੋਵੇਗੀ। ਥੈਂਕਸ ਬੇਟਾ।